ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਿਛਲੇ ਕੁਝ ਕੁ ਸਮੇਂ ਤੋਂ ਉੱਠ ਰਹੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਜਿਨ੍ਹਾਂ ਦੀ ਭਾਲ ਦੇ ਵਿੱਚ ਅਸੀਂ ਵੀ ਸੀਗੇ। ਕੁਝ ਕੁ ਖੇਤਰਫਲ ਦੇ ਵਿੱਚ ਸਾਨੂੰ ਪਤਾ ਸੀ, ਪਰ ਬਾਕੀ ਅਸੀਂ ਚਾਹੁੰਦੇ ਸਾਂ ਕਿ ਸੰਬੰਧਿਤ ਜਿਹੜੇ ਵਿਅਕਤੀ ਨੇ ਉਹ ਖੁਦ ਆਪਣੀ ਜ਼ਬਾਨੋਂ ਬੋਲ ਲੈਣ। ਸੋ ਆਪਣੀ ਜ਼ਬਾਨੋਂ ਬੋਲੇ ਹੋਏ ਤਸਦੀਕ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਯਾਦ ਰਹੇ ਇਸ ਪ੍ਰੋਗਰਾਮ ਦੇ ਅੰਤਰਗਤ ਸਾਡੇ ਚੌਗਿਰਦੇ ਦੇ ਵਿੱਚ ਕੀ ਕੁਝ ਵਾਪਰਿਆ ਔਰ ਕੀ ਹੋ ਰਿਹਾ ਉਸ ਬਾਰੇ ਆਪ ਸਭ ਨੂੰ ਜਾਗਰੂਕ ਕਰਾਉਣ ਦੀ ਮਨਸ਼ਾ ਹਿੱਤ ਹੈ ਜਿਹੜਾ ਪ੍ਰੋਗਰਾਮ ਦੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਅੱਜ ਵੀ ਕੁਝ ਇਸੇ ਪ੍ਰਕਾਰ ਰਹੇਗਾ। ਇੱਕ ਸਵਾਲ ਪਿਛਲੇ ਕੁਝ ਕੁ ਸਮੇਂ ਤੋਂ ਉੱਠਿਆ, ਤੁਹਾਡੇ ਸਾਰਿਆਂ ਦੇ ਨਾਲ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਸਾਂਝਾ ਕੀਤਾ ਗਿਆ। ਕਮਿਊਨਿਟੀ ਦੇ ਵਿੱਚ ਕੰਮ ਕਰ ਰਹੀਆਂ ਨਾਮਵਰ ਸ਼ਖਸੀਅਤਾਂ ਜਾਂ ਉਹ ਲੋਕ ਜਿਹੜੇ ਸਮਾਜਿਕ ਪੱਧਰ ਦਾ ਜੀਵਨ ਜਾਂਚ ਹੈ ਜਿਹੜੀ ਉਸਨੂੰ ਬਿਹਤਰੀਨ ਬਣਾਉਣ ਦੇ ਵਿੱਚ ਆਪਣਾ ਬਣਦਾ ਹੀ ਨਹੀਂ, ਆਪਣੇ ਬਣਦੇ ਤੋਂ ਵੱਧ ਯੋਗਦਾਨ ਪਾਉਂਦੇ ਨੇ, ਉਹਨਾਂ ਦੇ ਉਸ ਕਾਰਗੁਜ਼ਾਰੀ ਨੂੰ ਸਨਮਾਨਿਤ ਕਰਨ ਦੇ ਲਈ ਹਰ ਇੱਕ ਪੱਧਰ ਦੀਆਂ ਜਿਹੜੀਆਂ ਸਰਕਾਰਾਂ ਸੰਸਥਾਵਾਂ ਲਾਮਬੰਦ ਹੁੰਦੀਆਂ ਨੇ ਔਰ ਉਹਨਾਂ ਦੇ ਕੀਤੀ ਹੋਈ ਕਾਰਗੁਜ਼ਾਰੀ ਹੈ ਜਿਹੜੀ ਉਸ ਦੀ ਪ੍ਰਸ਼ੰਸਾ ਦੇ ਹਿੱਤ ਉਹਨਾਂ ਨੂੰ ਇਨਾਮ ਵੀ ਦਿੰਦੇ ਨੇ। ਉਹਨਾਂ ਦੀ ਕੀਤੀ ਹੋਈ ਜਿਹੜੀ ਸੇਵਾ ਹੈ ਉਸ ਨੂੰ ਐਕਨੋਲੇਜ ਕਰਦੇ ਹੈ। ਨਿਰਸੰਦੇਹ ਇਹੋ ਜਿਹੇ ਲੋਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੁੰਦਾ ਹੈ ਕਿ ਸਮਾਜ ਬੜੇ ਵਧੀਆ ਤਰੀਕੇ ਨਾਲ ਚੱਲਦਾ ਹੈ। ਪਰ ਇਸ ਚੀਜ਼ ਦਾ ਖਦਸ਼ਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆਏ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਸਰੀ ਦੀ ਖਾਸ ਤੌਰ ਦੇ ਉੱਤੇ ਰਾਜਨੀਤਿਕ ਅਖਾੜਾ ਜਿਹੜਾ ਹੈ ਉਸ ਦੇ ਨਾਲ ਸੰਬੰਧਿਤ ਕਾਰਗੁਜ਼ਾਰੀਆਂ ਦੇ ਵਿੱਚ ਬੜਾ ਬਦਲਾਵ ਆਇਆ ਹੈ, ਜਿਸ ਦੇ ਵਿੱਚ ਮਤਲਬ ਪ੍ਰਸਤੀ ਦੀ ਹੱਦ ਹੈ ਜਿਹੜੀ ਉਹ ਕਿਤੇ ਅਤਾਂ ਹੀ ਜਾ ਚੁੱਕੀ ਹੈ। ਮਤਲਬ ਤੋਂ ਬਗੈਰ ਕੋਈ ਕਿਸੇ ਨੂੰ ਪਾਣੀ ਦੇਣਾ ਖਾਸ ਤੌਰ ਦੇ ਉੱਤੇ ਰਾਜਨੀਤਿਕ ਅਖਾੜੇ ਦੇ ਨਾਲ ਸੰਬੰਧਿਤ ਜ਼ਰੂਰੀ ਨਹੀਂ ਸਮਝਦੇ। ਗੱਲ ਉੱਠੀ ਸੀ ਕਿ ਸਾਡੇ ਪਾਕਿਸਤਾਨੀ ਮੁਸਲਿਮ ਭਾਈਚਾਰੇ ਨੂੰ ਪਿਛਲੇ ਦਿਨਾਂ ਦੇ ਵਿੱਚ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੇ ਵਿੱਚ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਨੂੰ ਕਿ ਕਮਿਊਨਿਟੀ ਦੇ ਵਿੱਚ ਕੰਮ ਕਰਨ ਦੇ ਸਤਿਕਾਰ ਸਦਕਾ ਸਨਮਾਨਿਤ ਕੀਤਾ ਗਿਆ। ਸਵਾਲ ਉੱਠਿਆ ਕਿ ਇਹ ਸਤਿਕਾਰ ਕਰਨ ਦੀ ਜਿਹੜੀ ਪ੍ਰਯੋਜਨਾ ਹੈ ਕੀ ਉਹ ਸਹੀ ਹੈ? ਹੁਣ ਹੀ ਕਿਉਂ? ਸਮਾਂ ਲੰਘ ਚੁੱਕਣ ਤੋਂ ਉਪਰੰਤ ਹੀ ਸਾਡੇ ਮੁਸਲਿਮ ਭਾਈਚਾਰੇ ਨੂੰ ਇਹ ਸਨਮਾਨ ਨੇ ਜਿਹੜੇ ਖਾਸ ਤੌਰ ਦੇ ਉੱਤੇ ਨਾਮਵਰ ਸ਼ਖਸੀਅਤਾਂ ਦੱਸੇ ਜਾਣ ਦੇ ਮੁਤਾਬਕ ਉਹਨਾਂ ਨੂੰ ਇਸ ਤਰ੍ਹਾਂ ਦੇ ਕਿਸੇ ਦੇ ਪ੍ਰਾਈਵੇਟ ਫੰਕਸ਼ਨ ਦੇ ਵਿੱਚ ਹੀ ਸਨਮਾਨ ਕਿਉਂ ਕੀਤਾ ਗਿਆ? ਲੁਕਾ ਕੇ ਚੋਰੀ ਛਿਪੇ ਜੇ ਸਨਮਾਨ ਕਿਉਂ ਕਰਨ ਦੀ ਲੋੜ ਪਈ? ਉਹਨਾਂ ਤਾਂ ਪੂਰੇ ਸਮਾਜ ਦੇ ਵਿੱਚ ਜਗਜ਼ਾਹਰ ਹੋ ਕੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਪ੍ਰਦਾਨ ਕੀਤੀਆਂ ਨੇ। ਸਵਾਲ ਉੱਠੇ ਜਿਸ ਦੇ ਉੱਤੇ ਤੁਹਾਡੇ ਵੱਲੋਂ ਬੇਅੰਤ ਲੋਕਾਂ ਵੱਲੋਂ ਸਵਾਲ ਉਠਾਏ ਗਏ ਕਿ ਹੁਣ ਪਾਕਿਸਤਾਨੀ ਮੁਸਲਿਮ ਭਾਈਚਾਰੇ ਨੂੰ ਇਹ ਇਸ ਤਰੀਕੇ ਦੇ ਨਾਲ ਸਮਾਰੋਹਾਂ ਦੇ ਵਿੱਚ ਕਿਤੇ ਵੋਟਾਂ ਦਾ ਆਧਾਰ ਤੇ ਨਹੀਂ ਬਣਾਇਆ ਜਾ ਰਿਹਾ। ਔਰ ਇਹ ਸਵਾਲ ਅਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਦਿੱਤੇ। ਖਾਸ ਤੌਰ ਦੇ ਉੱਤੇ ਅਗਰ ਕਿਸੇ ਨੂੰ ਇਸ ਚੀਜ਼ ਦੇ ਉੱਤੇ ਸ਼ੱਕ ਸ਼ੁਬਾ ਹੈ ਤਾਂ ਡੈਫੀਨੇਟਲੀ ਜਿੱਥੋਂ ਜਾਣਕਾਰੀ ਅਸੀਂ ਪ੍ਰਾਪਤ ਕੀਤੀ ਹੈ, ਸਰਕਾਰ ਦੇ ਕਾਇਦੇ ਕਾਨੂੰਨ ਨੇ ਜਿਹੜੇ ਉੱਥੋਂ ਜਾਣਕਾਰੀਆਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਹ ਸਤਿਕਾਰ ਪੱਤਰ ਜਿਹੜੇ ਨੇ ਉਹ 5 ਫਰਵਰੀ 2023 ਤੋਂ ਪਹਿਲਾਂ ਦਿੱਤੇ ਜਾਣੇ ਚਾਹੀਦੇ ਸਨ। ਰਾਣੀ ਦੇ 70 ਸਾਲਾਂ ਦੇ ਰਾਜ ਭਾਗਤ ਦੇ ਮੌਕੇ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮਾਂ ਦੇ ਅੰਤਰਗਤ ਇਹ ਸਨਮਾਨ ਪੱਤਰ ਤੇ ਜਿਹੜੇ ਪਿੰਨ ਸਨ ਉਹ ਸਾਰੇ ਦੇ ਸਾਰੇ ਚੁਣੇ ਹੋਏ MPs ਨੂੰ ਦਿੱਤੇ ਗਏ ਸਨ ਤਾਂ ਕਿ ਉਹ ਆਪਣੀ ਕਮਿਊਨਿਟੀ ਦੇ ਵਿੱਚ ਲਾਮਬੰਦ ਹੋਏ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੇ ਕਮਿਊਨਿਟੀ ਕੰਮ ਕਰਦੇ ਆ ਉਹਨਾਂ ਨੂੰ ਐਕਨੋਲੇਜ ਕਰਨ। ਕੈਲੰਡਰ ਔਰ ਜਾਣਕਾਰੀ ਦੇ ਮੁਤਾਬਕ ਪਿਛਲਾ ਮਹੀਨਾ ਅਗਸਤ ਸੀ। ਅਗਸਤ ਤੱਕ ਜਿਹੜੇ ਇਹ ਇਨਾਮ ਨੇ ਦਿੱਤੇ ਜਾਂਦੇ ਰਹੇ ਨੇ। ਅਗਾਂਹ ਵੀ ਕਹਿੰਦੇ ਦਿੱਤੇ ਜਾਣੇ ਆ। ਸਵਾਲ ਇਹ ਉੱਠਿਆ ਸੀ ਕਿ ਇਸ ਤੋਂ ਪਹਿਲਾਂ ਕਿਉਂ ਨਹੀਂ ਦਿੱਤੇ ਗਏ? ਕੀ ਆਵਾਜ਼ ਨਾਲ ਸਾਡੇ ਲਿਸਨਰਸ ਨੇ ਵੀ ਉਠਾਇਆ, ਕਹਿੰਦੇ ਜੀ ਐਕਸਪਾਇਰ ਹੋਏ ਨੇ। ਖੈਰ ਉਸ ਦੇ ਉੱਤੇ ਮੈਂ ਗੱਲ ਕਰਾਂਗੀ ਕਿ ਕੀ ਇਨਾਮ ਐਕਸਪਾਇਰ ਹੁੰਦੇ ਆ ਜਾਂ ਨਹੀਂ, ਕਿਉਂਕਿ ਸਵਾਲ ਉੱਠਿਆ, ਜਵਾਬ ਦੇਣਾ ਸਾਡਾ ਫਰਜ਼ ਬਣਦਾ, ਜ਼ਰੂਰ ਦਿੱਤਾ ਜਾਏਗਾ। ਪਰ ਇਸ ਦੇ ਉੱਤੇ ਸੁਖ ਧਾਲੀਵਾਲ ਹੋਰਾਂ ਨੇ ਆਪਣੀ ਜ਼ੁਬਾਨੀ ਆਪਣੇ ਆਪ ਇਕਬਾਲ ਕੀਤਾ ਕਿ ਹਾਂਜੀ ਕੁਝ ਇਨਾਮ ਨੇ ਜਿਹੜੇ ਉਹਨਾਂ ਦੇ ਕਮਿਊਨਿਟੀ ਦੇ ਪ੍ਰੈਸ਼ਰ, ਕਿਸੇ ਲੋਕਾਂ ਦੇ ਪ੍ਰੈਸ਼ਰ ਹੇਠਾਂ ਆ ਕੇ, ਮੀਡੀਆ ਦੇ ਪ੍ਰੈਸ਼ਰ ਹੇਠਾਂ ਆ ਕੇ ਕੁਝ ਮੀਡੀਆ ਜਿਹੜੇ ਪਰਸਨੈਲਿਟੀਜ਼ ਨੇ ਜਾਂ ਮੀਡੀਆ ਦੇ ਨਾਲ ਸੰਬੰਧਿਤ ਲੋਕ ਨੇ ਜਾਂ ਮੀਡੀਆ ਵਾਲੇ ਨੇ ਉਹ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਨੇ ਉਹ ਕਿਹੜੇ ਨੇ।
ਉਹਨਾਂ ਨੂੰ ਕਹਿੰਦੇ ਪ੍ਰੈਸ਼ਰ ਦੇ ਹੇਠਾਂ ਆ ਕੇ ਕਹਿੰਦੇ ਇਨਾਮ ਦਿੱਤੇ ਨੇ ਉਹਨਾਂ ਨੇ, ਜਿਹੜਾ ਕਿ ਆਪਣੇ ਆਪ ਦੇ ਵਿੱਚ ਜ਼ੁਰਮ ਹੈ, ਕ੍ਰਾਈਮ ਹੈ। ਅਰੇ ਉਹਨਾਂ ਨੇ ਖੁਦ ਮੰਨਿਆ ਕਿ ਉਹ ਕਿਸੇ ਵੀ ਪ੍ਰੈਸ਼ਰ ਹੇਠਾਂ ਆ ਕੇ ਇਨਾਮ ਹੈ ਜਿਹੜਾ ਉਹ ਵੰਡਦੇ ਰਹੇ ਹੈ। ਖੈਰ, ਤੁਸੀਂ ਉਹਨਾਂ ਦੀ ਆਪਣੀ ਜ਼ੁਬਾਨੀ ਵੀ ਸੁਣ ਸਕਦੇ ਹੋ। ਪ੍ਰੋਗਰਾਮਾਂ 'ਚ ਇਹ ਦੱਸਿਆ ਗਿਆ ਕਿ ਉਹ ਜਿਹੜੇ ਸੀਗੇ ਐਕਸਪਾਇਰ ਹੋ ਗਏ ਸੀ, ਉਹ ਫੈਬਰਰੀ ਤੋਂ ਖਤਮ ਹੋ ਗਏ ਸੀਗੇ, ਉਹ ਦਿੱਤੇ ਨਹੀਂ ਜਾਣੇ ਚਾਹੀਦੇ ਸੀ ਕਿਉਂਕਿ ਹੁਣ ਕਿੰਗ ਆ ਗਿਆ ਹੈਗਾ ਕੋਈ ਤੇ ਚਲੀ ਗਈ ਦੁਨੀਆ ਤੋਂ। ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ 'ਚ? ਉਹਦੇ ਵਿੱਚ ਪਹਿਲੀ ਗੱਲ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਸੀ ਅਵਾਰਡ ਡਿਸਟ੍ਰੀਬਿਊਸ਼ਨ, ਠੀਕ ਹੈ, ਮੈਂ ਉਹਦੇ ਵਿੱਚ ਜਿਹੜੀ ਸੀ ਡਿਸੀਜਨ ਇਟਸ ਨਾਟ ਕਿ ਵੀ ਮੈਂ ਡਿਸਾਈਡ ਕਰਨਾ ਕਈ ਤਾਂ ਕਿ ਸੀ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀਡੀਓ ਵਾਲਾ ਦਾ, ਠੀਕ ਹੈ, ਉਹ ਵੀਡੀਓ ਵਾਲਿਆਂ ਨੇ ਮੈਨੂੰ 150 ਵਾਂ ਜਿਹੜਾ ਹੁੰਦਾ ਨਾ ਨਾਮ ਜਿਹੜਾ ਸੀ ਉਹ ਮੈਨੂੰ ਮੰਗ ਕੇ ਲਿਆ ਜਦੋਂ 150th ਸੀ। ਓਕੇ, ਠੀਕ ਹੈ ਨਾ। ਉਹ ਕਈ ਵਾਰ ਮੈਂ ਕਹਿੰਦਾ ਵੀ ਕਈ ਮੀਡੀਆ ਵਾਲੇ ਆਪਣੇ ਆਪ ਨੂੰ
ਤੁਸੀਂ ਦੇਖ ਕੇ ਜਿਹੜਾ ਹੈਗਾ ਉਹ ਦਿੱਤਾ ਨਾ ਕਿ ਉਹਨਾਂ ਕੋਈ ਵਨ ਲਾਸਟ ਕੁਐਸਚਨ ਤੁਸੀਂ ਅਗਰ ਇਹਦਾ ਆਨਸਰ ਨਾ ਵੀ ਦੇਣਾ ਚਾਹੋ ਤਾਂ ਕੋਈ ਪ੍ਰੋਬਲਮ ਨਹੀਂ ਹੋਗੀ ਵਜ੍ਹਾ ਕੀ ਹੈ ਕਿ ਇਹ ਅਫਸੋਸ ਰੇਡੀਓ ਤੁਹਾਡੇ ਬਾਰੇ ਚ ਇੰਨੀ ਨੈਗੇਟਿਵਿਟੀ ਕਿਉਂ ਫੈਲਾਉਂਦਾ ਹੈ क्या कोई जाती मैं ऐसा से मैं तो दो टाइप की गल करता कि जाती कोई इशू हैगा या क्योंकि ओपिनियन देना खबर देना इस मीडिया की मैं बिल्कुल ਉਹਨਾਂ ਦਾ ਰਾਈਟ ਹੈ ਬਟ ਤੁਸੀਂ ਸਮਝਦੇ ਹੋ ਕਿ ਇਹ ਥੋੜਾ ਵੱਧ ਕੇ ਹੈਗਾ ਔਰ ਅਗਰ ਵੱਧ ਕੇ ਤੇ ਕਿਉਂ ਦੇਖੋ ਉਹ ਦਿਨ ਸੀਗੇ ਮੈਂ ਜੀ ਕਿਸੇ ਤੇ ਮੈਂ ਜੀ ਭੈਣ ਕੇ ਹੋਵੇ ਤਾਂ ਉਹਦੀ ਮੈਂ ਉਨੀ ਰਿਸਪੈਕਟ ਉਹਦੇ ਨਾਲ ਅਸੀਂ ਅੱਜ ਵੀ ਕਰਦੇ ਠੀਕ ਹੈ ਨਾ ਇਹ ਹੁਣ ਤਾਂ ਮਾਮੇ ਭਾਂਜੇ ਕੋਈ ਮੈਨੂੰ ਕਹਿੰਦੇ ਗੱਲ ਕਰਦਾ ਸੀ ਤੇ ਲੋਕ ਮੈਨੂੰ ਉਦੋਂ ਵੀ ਕਹਿੰਦੇ ਸੀ ਜਿਹਦੇ ਮਾਮਾ ਬਣ ਕੇ ਮੈਂ ਉਹਨਾਂ ਦੀ ਬੱਚੀ ਦੇ ਮੈਰਿਜ ਤੇ ਵੀ ਗਿਆ ਸੀ ਠੀਕ ਹੈ ਨਾ ਉਸ ਦਿਨ ਮਾਮਾ ਕਹਿੰਦੇ ਵੀ ਮਾਂ ਘੱਟ ਹੁੰਦੀ ਸੀ ਮਾਮਾ ਜ਼ਿਆਦਾ ਹੁੰਦਾ ਸੀ ਮੈਂ ਸਰਕਾਰ ਨਾ ਉਹ ਸਾਡੇ ਬੱਚੇ ਆ ਜੇ ਮੈਨੂੰ ਉਹਨੇ ਭੈਣ ਦੇ ਤੌਰ ਤੇ ਆਪ ਬੱਚੇ ਦੇ ਵਿਆਹ ਤੇ ਸੱਦੇ ਤਾਂ ਮੈਂ ਜਾਣਾ ਹੀ ਜਾਣਾ ਖੁਸ਼ੀ ਆ ਮੈਨੂੰ ਔਰ ਅਸੀਂ ਨਿਭਾਏ ਔਰ ਇਹ ਸੀਗਾ ਕਿ ਉਹ ਤੋਂ ਸੀਟ ਮੰਗਦੇ ਸੀ ਕੌਂਸਲ ਦੀ ਠੀਕ ਹੈ ਨਾ ਕੌਂਸਲ ਦੀ ਸੀਟ ਮੰਗਦੇ ਸੀ ਸਾਡੀ ਸੀਟ ਤੇ ਮੈਂ ਕਿਹਾ ਮੈਂ ਨਹੀਂ ਕਰਦਾ ਉਹ ਤੇ ਇਹਨਾਂ ਨੂੰ ਚਾਰੇ ਕੀਤਾ ਵੀ ਅੱਜ ਤੋਂ ਬਾਅਦ ਮੈਂ ਜਿਹੜਾ ਉਹ ਤੈਨੂੰ ਜਿਹੜਾ ਇਹ ਕਰ ਉਹਨਾਂ ਦੀ ਆਪ ਹੀ ਪਰਸਨਲ ਹੋ ਗਈ ਉਹ ਪਰਸਨਲ ਹੋ ਗਈ ਉਹਨਾਂ ਦੀ ਪਰ ਮੈਂ ਅੱਜ ਤੱਕ ਕਦੇ ਉਹਨਾਂ ਨੂੰ ਮਾੜਾ ਨਹੀਂ ਕਿਹਾ ਤੇ ਨਾ ਮੈਂ ਕਿਉਂ ਕਿਉਂਕਿ ਜਦੋਂ ਇੱਕ ਥਾਲੀ 'ਚ ਬਹਿ ਕੇ ਖਾਧਾ ਹੋਵੇ ਨਾ ਹਾਂ ਜੇ ਉਹਨਾਂ ਨੂੰ ਕੋਈ ਇਸ਼ੂ ਹੈਗਾ ਮੀਡੀਆ ਵਾਲੇ ਕੁਝ ਵੀ ਉਹਨਾਂ ਸਾਹਮਣੇ ਸਾਧ ਰਹਿਣ ਮੈਂ ਕਹਿੰਦਾ ਮੈਂ ਉਹਨਾਂ ਦੀ ਮੀਡੀਆ ਦੇ ਮੈਨੂੰ ਕਹਿਣ ਮੈਨੂੰ ਫੋਨ ਕਰਦਾ ਵੀ ਹਾਂ ਕੁਐਸਚਨ ਉਹਨਾਂ ਦਾ ਆਨਸਰ ਮੇਰਾ ਠੀਕ ਹੈ ਨਾ ਤੇ ਲੋਕਾਂ ਨੂੰ ਅਗਰ ਬਹੁਤ ਦੇ ਪਾਣੀ ਦਾ ਪਾਣੀ ਸਾਹਮਣੇ ਰਿਕਾਰਡਿੰਗ ਚੱਲ ਰਹੀ ਹੈ ਅਗਰ ਅਸੀਂ ਕੱਲ ਕਿਉਂਕਿ ਅਸੀਂ ਕੀ ਕਰਨਾ ਹੈ ਕਿ ਅਗਰ ਅਸੀਂ ਕੱਲ ਨੂੰ ਲਈਏ ਤੁਸੀਂ ਆਪਣੀ ਜ਼ਬਾਨੀ ਸੁਣਿਆ ਕਿ ਸੁਖ ਧਾਲੀਵਾਲ ਉਹਨਾਂ ਨੇ ਆਪਣਾ ਪੱਖ ਦੱਸਿਆ। ਇੱਥੇ ਇੱਕ ਗੱਲ ਮੈਂ ਕਲੀਅਰ ਕਰ ਦੇਵਾਂ, ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਮੈਨੂੰ ਬੁਲਾ ਲੈਣ। ਜਿਸ ਦਿਨ ਮੈਨੂੰ ਪਤਾ ਲੱਗਿਆ ਸੀ ਇਹ ਪਰਸਨਲ ਵਾਲੀ ਗੱਲ ਹੋਈ ਹੈ ਤਾਂ ਮੈਂ ਸੁਖ ਧਾਲੀਵਾਲ ਉਹਨਾਂ ਨੂੰ 2:12 ਤੇ 5 ਸਤੰਬਰ ਨੂੰ ਕਾਲ ਕੀਤਾ ਸੀ, ਜਿਹੜਾ ਕਿ ਉਹਨਾਂ ਨੇ ਨਹੀਂ ਪਿਕ ਕੀਤਾ ਤੇ ਨਾ ਹੀ ਕਾਲ ਵਾਪਸ ਕੀਤੀ ਹੈ। ਇਹੀ ਪੱਖ ਨੂੰ ਜਾਣਨ ਦੇ ਲਈ ਉਹਨਾਂ ਨੂੰ ਮੈਂ ਫੋਨ ਕੀਤਾ ਸੀ। ਅਰੇ ਇਸ ਦਾ ਖੁਲਾਸਾ ਕਿਸੇ ਨੇ ਮੇਰੇ ਪਾਸ ਬਾਅਦ ਦੇ ਵਿੱਚ ਵੀ ਕੀਤਾ। ਹਾਂਜੀ, ਕਹਿੰਦੇ ਅੱਜ ਕੱਲ੍ਹ ਤੁਹਾਡਾ ਫੋਨ ਨਹੀਂ ਚੱਕਦੇ। ਜਦੋਂ ਗੱਲ ਚੱਲ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਦਾ ਪੱਖ ਜਾਣਨਾ ਚਾਹੁੰਦੀ ਸੀ ਕਿ ਪਰਸਨਲ ਕਿਸ ਲੈਵਲ 'ਤੇ ਹੈ, ਆਪਣਾ ਪੱਖ ਦੱਸੋ। ਤਾਂ ਸੁਖ ਧਾਲੀਵਾਲ ਉਹਨਾਂ ਨੇ ਫੋਨ ਨਹੀਂ ਸੀ ਚੁੱਕਿਆ। ਆਈ ਸਟਿਲ ਹੈਵ ਦਾ ਰੈਕਡ 5 ਸਤੰਬਰ ਨੂੰ 2:12 ਦੇ ਉੱਤੇ ਉਹਨਾਂ ਨੂੰ ਮੈਂ ਕਾਲ ਕੀਤੀ ਸੀ, ਨੈਵਰ ਕਾਲ ਬੈਕ। ਖੈਰ ਇਹਦੇ ਵਿੱਚ ਕਿੰਨੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਵੀ ਮਿਲੇ ਹੈ ਔਰ ਬੇਅੰਤ ਸਵਾਲ ਉਹ ਨੇ ਜਿਹੜੇ ਅਸੀਂ ਤੁਹਾਡੇ ਸਾਰਿਆਂ ਦੇ ਦਰਮਿਆਨ ਬਿਠਾ ਕੇ ਉਠਾਏ ਆਪਣੇ ਖਦਸ਼ੇ ਦੱਸੇ ਔਰ ਉਹਨਾਂ ਦੇ ਦਿੱਤੇ ਹੋਏ ਜਵਾਬਾਂ ਦੇ ਵਿੱਚੋਂ ਸਾਨੂੰ ਉਹ ਸਾਰੇ ਸਵਾਲਾਂ ਦੇ ਜਵਾਬ ਮਿਲੇ ਨੇ। ਅੱਜ ਤੁਹਾਡੇ ਸਾਰਿਆਂ ਦੇ ਵਿੱਚ ਬੈਠ ਕੇ ਇੱਕ ਲਫ਼ਜ਼ ਹੈ ਜਿਹੜਾ ਸਾਡੇ ਵੱਲੋਂ ਉਠਾਏ ਗਏ ਮੀਡੀਆ ਬੇਸ ਦੇ ਪਲੇਟਫਾਰਮ ਤੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇ ਰੂਪ ਦੇ ਵਿੱਚ ਇਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਬੂਲੇ ਨੇ, ਪ੍ਰਵਾਨੇ ਨੇ। जी आशा नाई, तुसी अपना पक्ष दसो क्योंकि मेरे पास तो बहुत कुछ है इहदे कहण लई। यस, आज हम बातचीत कर रहे हैं कि एक जर्नलिस्ट ने हमारे किए हुए टॉक शो, हमारे ब्रेकिंग स्टोरी पर एक स्टोरी की था। वैसे तो जर्नलिस्ट अगर क्वालिफाइड होवे तो वो किसी के स्टोरी पकड़ कर स्टोरी नहीं बनाते, वो खुद अपना स्टोरी क्रिएट करते। अगर उनको हमारे ब्रेकिंग स्टोरी नहीं पसंद था तो वो अपने बेस पर अपने ओपिनियन ज़रूर दे सकता था। देयर इज़ नथिंग रॉन्ग विथ इट, पर चलो कभी कभी जानकारी कट होने की वजह से अगर कोई इस तरह के हरकत भी कर देते हैं तो दैट्स फाइन, हमें कोई इससे गिला शिकवा नहीं है, वो ज़रूर। लेकिन देयर सर्टेन थिंग्स एज अ मीडिया, अगर आपने हमारे क्लिप्स काट के स्टोरी बनाना था तो हमारे जो स्टेटमेंट्स हैं उससे क्लिप करते। जो इन्होंने क्लिप अपने सोनी धरती पाकिस्तान तारिक कियानी ने यूज़ किया है उसमें उन्होंने हमारा वो क्लिप यूज़ किया है जिसमें हम एग्जाम्पल दे रहे कि कल किसी ने मुझे फ़ोन करके ये बात कही कि ये तो वही बात हुआ कि एक्सपायर्ड दवाइयाँ वाली बात। That is my listeners' quote, not mine. वो हमने बयान की।
अगर आपको हमारी स्टोरी लाना था तो हमारे कहे हुए वर्ड्स स्टेटमेंट करते, पर चलो मे बी जानकारी की कमी है, आई कैन अंडरस्टैंड दैट। उस बेस पे इन्होंने शो किया और उसमें कई जो कॉलर्स थे जिन्होंने कॉल किए, उनके सवालात भी थे, वो भी आज के इस प्रोग्राम में हम ज़रूर कवर करेंगे। लेकिन जहाँ बात है सुख तालीवाल की, उन्होंने कई बातें कही जो आपको हमने ऑन रिकॉर्डिंग की है, सुनाई है, जो खुद एडमिट कर रहा है कि ही हैज गिवन आउट अवार्ड्स टू मीडिया अंडर प्रेशर। बहुत बड़ी बात है सुख तालीवाल एज एन एमपी। क्या लोग आपको अंडर प्रेशर करके काम करा लेते हैं? क्या मुस्लिम कम्युनिटी को जो आपने अवार्ड्स दिए वाज दैट अंडर प्रेशर? और अगर आप कहेंगे नो इट वाज नॉट अंडर प्रेशर, तो हम कैसे यकीन कर सकते हैं? बिकॉज यू हैव एडमिटेड दैट पीपल गेट अवार्ड्स फ्रॉम यू बाय अंडर प्रेशर। और हम जानना चाहेंगे वो कौन मीडिया है जिन्होंने अंडर प्रेशर आपसे अवार्ड लिए हैं। वी वुड लाइक टू नो। मैं भी जानना चाहूंगी, आई वॉन्ट टू कवर दिस स्टोरी कि एक एमपी इतना मैं कहूंगी, इट्स अ वर्ड विच आई डोंट वांट टू यूज इट, लेकिन इतना लेम एमपी है कि उससे अंडर प्रेशर अवार्ड ले लेते हैं लोग। और कौन कौन से काम अंडर प्रेशर आपसे करवा लेते हैं लोग, ये भी जानना चाहेंगे। अगर एमपी अंडर प्रेशर होकर अवार्ड्स दे रहा और शरेआम पब्लिक में एडमिट कर रहा है, दैट्स हिज ओन स्टेटमेंट। ये नहीं कि इसने हमने कहीं से सुना है या किसी ने हमें बताया है, इट इज ऑन मीडिया कि ये एमपी अपने जुबानी एडमिट कर रहा है कि मैंने अंडर प्रेशर आके मीडिया को अवार्ड दिए हैं। इट्स अ क्राइम। आप ऐसे नहीं कर सकते। देयर इज अ क्राइटेरिया। खैर दीदी, दिस इज ਆਸ਼ਾ ਨਾ ਤੁਹਾਡੀ ਇਸ ਗੱਲ ਦਾ ਮੈਂ ਨਾਲ ਹੀ ਜਵਾਬ ਇੱਕ ਹੋਰ ਲੈਣਾ ਚਾਹੁੰਦੀ ਹਾਂ। ਹਾਂਜੀ, ਕਿ ਮੀਡੀਆ ਦੇ ਅੰਡਰ ਪ੍ਰੈਸ਼ਰ ਸੁਖ ਧਾਲੀਵਾਲ ਕਿਉਂ ਆਇਆ? ਯੈਸ। ਕਿਹੜਾ ਮੀਡੀਆ ਇਹੋ ਜਿਹਾ ਜਿਹੜਾ ਉੱਤੇ ਪ੍ਰੈਸ਼ਰ ਪਾਉਂਦਾ ਸੀ ਔਰ ਉਹਦੇ ਪ੍ਰੈਸ਼ਰ ਹੇਠਾਂ ਉਹਨੇ ਉਹਨੂੰ ਇਹ ਅਵਾਰਡ ਦਿੱਤਾ? ਔਰ ਮੀਡੀਆ ਤੇ ਇਹਨਾਂ ਨੂੰ ਕੀ ਮਤਲਬ ਸੀ? ਯੈਸ। ਕਿਹੜੀ ਅੰਦਰ ਖਾਤੇ ਜਿਹੜੀ ਮਿਲੀ ਭੁਗਤ ਸੀ ਜਿਹਦੀ ਪੂਰਤੀ ਦੇ ਲਈ ਹੋਇਆ? ਔਰ ਜਾਣਨਾ ਚਾਹੁੰਦੀ ਹਾਂ ਕਿ ਉਹ ਕਿਹੜਾ ਮੀਡੀਆ ਆਊਟਲੈਟ ਹੈ, ਔਨ ਏਅਰ ਆ ਕੇ ਦੱਸੇ ਵੀ ਆਹ ਮੀਡੀਆ ਆਊਟਲੈਟ ਹੈ, ਜਿਹਦੇ ਕਰਕੇ ਨਾਲ ਦੀ ਨਾਲ ਸਵਾਲ ਇਹ ਵੀ ਹੈ। ਮੈਂ ਤਾਂ ਇਹ ਵੀ ਗੁਜ਼ਾਰਿਸ਼ ਕਰਾਂਗੀ ਕਿ ਉਹ ਲੋਕ ਜਿਨ੍ਹਾਂ ਨੂੰ ਕਿਸੇ ਨੂੰ ਵੀ ਸੁਖ ਧਾਲੀਵਾਲ ਨੇ ਇਨਾਮ ਦਿੱਤੇ ਨੇ, ਇਹਦਾ ਮਤਲਬ ਉਹ ਸਾਰੇ ਕਿਸੇ ਲਾਲਚ, ਕਿਸੇ ਪ੍ਰੈਸ਼ਰ ਹੇਠਾਂ ਨੇ। ਮੈਂ ਪਹਿਲਾਂ ਦੱਸਦੀ ਆ ਰਹੀ ਹਾਂ ਤੁਹਾਨੂੰ ਕਿ ਕੌਡੀ ਵਾਲਿਆਂ ਨੇ ਸ਼ੁਰੂ ਕੀਤੇ ਸੀ 20-25 ਸਾਲ ਪਹਿਲਾਂ ਵੀ ਹਾਂ ਤੁਸੀਂ ਸਾਡੇ ਪਿੰਡ ਟੂਰਨਾਮੈਂਟ ਕਰਾਇਓ, ਅਸੀਂ ਤੁਹਾਡਾ ਮਾਣ ਸਤਿਕਾਰ ਕਰਾਂਗੇ, ਤੁਹਾਨੂੰ ਸ਼ੀਲਡ ਦੇਵਾਂਗੇ, ਜਦੋਂ ਅਸੀਂ ਤੁਹਾਡੇ ਆਵਾਂਗੇ ਤੁਸੀਂ ਸਾਨੂੰ ਦਿਓ। ਇਹ ਮੈਂ ਇੱਥੇ ਦੇ ਖੇਤਰ ਦੇ ਵਿੱਚ ਦੇਖਦੀ ਆਈ ਹਾਂ। ਕੌਡੀ ਵਾਲਿਆਂ 'ਚ ਸੁਧਾਰ ਹੋ ਕੇ ਉਹਨਾਂ ਨੇ ਆਪਣੀ ਖੇਡ ਦਾ ਸਤਰ ਐਡਾ ਉੱਚਾ ਕਰ ਲਿਆ, ਸਨਮਾਨਿਤ ਕਰ ਲਿਆ ਕਿ ਰਹੇ ਰੱਬ ਦਾ ਨਾਂ। ਔਰ ਸਾਡੇ ਸੁੱਖ ਨਾਲ MP ਔਰ ਉਹ ਵੀ ਨਿਊਟਨ ਦਾ, ਉਹ ਦੱਸ ਰਿਹਾ ਜੀ ਅੰਡਰ ਪ੍ਰੈਸ਼ਰ ਦੇ ਰਹੇ ਆ। ਇਸ ਚੀਜ਼ ਦੀ ਕੀ ਗਰੰਟੀ ਆ ਕਿ ਸੁਖ ਧਾਲੀਵਾਲ ਜੇ ਮੀਡੀਆ ਉਹਨਾਂ 'ਤੇ ਪ੍ਰੈਸ਼ਰ ਦੇ ਕੇ ਇਨਾਮ ਉਹਨਾਂ ਤੋਂ ਲੈ ਰਹੇ ਨੇ, ਸਨਮਾਨ ਪੱਤਰ ਲੈ ਰਹੇ ਨੇ, ਮੈਡਲਸ ਲੈ ਰਹੇ ਨੇ, ਤਾਂ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਸੁਖ ਧਾਲੀਵਾਲ ਵੀ ਆਪਣੇ ਕਿਸੇ ਫਾਇਦੇ ਲਈ, ਆਪਣਾ ਮਤਲਬ ਪੂਰਤੀ ਦੇ ਲਈ ਨਾ ਇਹ ਨਾਮ ਬਣਦਾ ਹੋਵੇ? ਉਹਨਾਂ ਨੇ ਖੁਦ ਇਕਬਾਲ ਕੀਤਾ। ਔਰ ਇਸ ਚੀਜ਼ ਦਾ ਸਫਾਇਆ ਮੇਰੇ ਲਈ ਕਾਫੀ ਨਹੀਂ ਜੀ। ਪਹਿਲਾਂ ਮੈਂ ਪ੍ਰੈਸ਼ਰ ਹੇਠਾਂ ਆ ਜਾਂਦਾ ਸੀ, ਹੁਣ ਮੈਂ ਨਹੀਂ ਆਉਂਦਾ। 20 ਸਾਲ ਹੋ ਗਏ ਤੁਹਾਨੂੰ ਪੋਲਿਟਿਕਸ ਦੇ ਵਿੱਚ। ਇਸ ਚੀਜ਼ ਦੀ ਮੈਂ ਗਰੰਟੀ ਕਿਵੇਂ ਲੈ ਲਵਾਂ ਕਿ ਹੁਣ ਵਾਲੇ ਕਿਵੇਂ, ਜਦੋਂ ਕਿ ਤੁਸੀਂ ਖੁਦ ਮੰਨਦੇ ਹੋ? ਸੁਖ ਧਾਲੀਵਾਲ ਨੇ ਖੁਦ ਮੰਨਿਆ ਕਿ ਹਾਂ ਗੋਂਦਲ ਸਾਹਿਬ ਮੇਰੇ ਦੋਸਤ ਨੇ, ਮਿੱਤਰ ਨੇ, ਅਜ਼ੀਜ਼ ਨੇ, ਮੈਂ ਉਹਨਾਂ ਦਾ ਨਾਂ ਚੁਣਿਆ, ਉਹਨਾਂ ਨੇ ਗਾਹਾਂ 4 ਨਾਂ ਚੁਣ ਕੇ ਮੈਨੂੰ ਦਿੱਤੇ। ਕੀ ਗੋਂਦਲ ਸਾਹਿਬ ਨੂੰ ਵੀ ਵਰਤਿਆ ਜਾ ਰਿਹਾ? ਕੀ ਗੋਂਦਲ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਸਿਲੈਕਸ਼ਨ ਕਮੇਟੀ ਬਣਾਈ ਹੈ? ਯਾਦ ਰਹੇ ਕਿ ਇੱਥੇ ਜਿਹੜੀਆਂ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਨੂੰ ਉਹਨਾਂ ਦੇ ਕੰਮ ਦੇ ਲਈ ਦਿੱਤਾ ਗਿਆ, ਵੀ ਹੈਵ ਨਥਿੰਗ ਅਗੇਂਸਟ ਦੈਮ। ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ ਕਿ ਸ਼ਾਇਦ ਕੁਝ ਲੋਕ ਜਿਹੜੇ ਹਨ ਉਹ ਸਾਡੀ ਕਮਿਊਨਿਟੀ ਦੇ ਵਿੱਚ ਬਿਨਾਂ ਕਿਸੇ ਮਤਲਬ ਮਫਾਦ ਦੇ ਕੰਮ ਕਰਦੇ ਹੈ, ਪਰ ਇਹੋ ਜਿਹੇ ਕੁਝ ਲੋਕ ਨੇ, ਇਹੋ ਜਿਹੇ ਕੁਝ ਰਾਜਨੀਤਿਕ, ਸੁਖ ਧਾਲੀਵਾਲ ਵਰਗੇ, ਜਿਹੜੇ ਕਿ ਉਹ ਚੰਗਿਆਂ ਦੀ ਚੰਗਿਆਈ ਨੂੰ ਆਪਣੀ ਬੁਰਾਈ ਢੱਕਣ ਦੇ ਲਈ ਵਰਤ ਲੈਂਦੇ ਹੈ। ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਇੱਕ ਚੀਜ਼ ਮੈਂ ਹੋਰ ਕਹਾਂਗੀ, ਅਗਰ ਮੈਨੂੰ ਇਨਾਮ ਦਿੱਤਾ ਹੋ ਜਾਂਦਾ ਇਹੋ ਜਿਹਾ, ਮੈਂ ਵਾਪਸ ਚੱਕ ਕੇ ਮੂੰਹ 'ਤੇ ਮਾਰਦੀ
ਕਿਉਂਕਿ ਇਹ ਕੋਈ ਵੀ ਵਧੀਆ ਕੰਮ ਕਰਨ ਵਾਲੇ ਦੇ ਵਧੀਆ ਕੰਮ ਦੀ ਤੋਹੀਨ ਹੈ। ਬਿਲਕੁਲ। ਔਰ ਸੁਖ ਧਾਲੀਵਾਲ ਨੇ ਦੱਸਿਓ ਕਿਹੜਾ ਮੀਡੀਆ ਆਊਟਲੈਟ ਹੈ, ਉਹ ਕਿਹੜਾ ਮੀਡੀਆ ਪਰਸਨੈਲਿਟੀ ਹੈ ਜਿਹਨੂੰ ਉਹਨਾਂ ਨੇ ਪ੍ਰੈਸ਼ਰ ਹੇਠਾਂ ਆ ਕੇ ਤਾਂ ਉਹਨਾਂ ਨੂੰ ਇਨਾਮ ਦਿੱਤੇ। ਜਾਣਨਾ ਚਾਹੁੰਦੀ ਆ ਔਰ ਪ੍ਰੈਸ਼ਰ ਕੌਣ ਬਣਾ ਗਿਆ, ਕਿਉਂ ਬਣਾ ਗਿਆ, ਕਿਵੇਂ ਬਣਾ ਗਿਆ, ਔਰ ਤੁਸੀਂ ਪ੍ਰੈਸ਼ਰ ਕਿਉਂ ਲਿਆ? ਕਿਉਂਕਿ ਜਿਹੜਾ ਬੰਦਾ ਕਾਣਾ ਹੁੰਦਾ ਹੈ, ਉਹ ਪ੍ਰੈਸ਼ਰ ਲੈਂਦਾ। ਜਿਹੜਾ ਬੰਦਾ ਕਾਣਾ ਹੈ ਨਹੀਂ, ਨੰਗ ਪੁੱਤ ਚੋਰਾਂ ਚ ਕਹਿੰਦੇ, ਉਹ ਕਿਸੇ ਦੇ ਪ੍ਰੈਸ਼ਰ ਹੇਠਾਂ ਕਿਵੇਂ ਆਊਗਾ? बिल्कुल दीदी, आपने दो बातें कही जिसके बारे में मैं ज़रूर थोड़ी सी क्लैरिफिकेशन देना चाहूँगी। असद गुंडाल जो है वो बीसी मुस्लिम एसोसिएशन के प्रेसिडेंट है। इट्स अ रिलीजियस ऑर्गेनाइजेशन, और इन्होंने कहा कि मैं मुस्लिम कम्युनिटी को अवार्ड देना चाहते थे, और एक रिलीजियस ऑर्गेनाइजेशन को जो प्रेसिडेंट है उसको जिम्मेदारी पूरी मुस्लिम कम्युनिटी को क्यों दिया गया? बहुत सारे हमारे इस लोअर मेनलैंड में जो मुसलमान हैं वो जो BCMA के साथ सहमत नहीं रखते, और BCMA का प्रेसिडेंट किस तरह से सही चुनाव करेगा कि सारे मुस्लिम कम्युनिटी में कौन सा है सही है कौन गलत है? सो दिस इज अ रॉन्ग स्टेटमेंट इज अगेन कि सुख धालीवाल ने अपने यार मित्र असद गुंडाल नू BCMA के प्रेसिडेंट को जिम्मेदारी दे दी, सिलेक्शन कर दो कि कौन कौन सही वॉलंटियर्स है। दैट इज एब्सोल्युटली रॉन्ग। देयर बहुत सारे मस्जिद्स है यहाँ पर जो BCMA के अंडर नहीं है, बहुत सारे मुस्लिम कम्युनिटी है जो BCMA के अंदर नहीं है, लेकिन दैट डजंट से कि वो वॉलंटियर काम नहीं करते, वो अपने कौम के लिए अपने कम्युनिटी के लिए काम नहीं करते। तो दैट वाज अगेन अ रॉन्ग चॉइस कि सुख धालीवाल ने कहा कि मैं अपने यार मित्र असद गुंडाल को ये जिम्मेदारी दे दी। असद गुंडाल डज नॉट रिप्रेजेंट एवरी मुस्लिम हियर इन लोअर मेनलैंड। बहुत सारे संस्था है जो BCMA को नहीं मानते। So this is another wrong statement that he has said. पूरे मुस्लिम कम्युनिटी डज नॉट गो अंडर BCMA बिकॉज वो बिलीव नहीं कर रहे BCMA से ही काम कर रहे। वो एक अलग टॉपिक है जिसके बारे में मैं आगे चल के समडे आई विल कवर दैट स्टोरी कि क्यों सारे मुसलमान कम्युनिटी BCMA को नहीं मानते। अगर इन्होंने सिलेक्शन करना था एज एन MP, डजंट ही नो कि कौन कम्युनिटी, क्या सिख कम्युनिटी को अवार्ड्स देने के लिए ये किसी गुरुद्वारा के प्रेसिडेंट को ये जिम्मेदारी दी थी कि गुरुद्वारा का प्रेसिडेंट है, इनको पता है कि जी ये कौन वॉलंटियर काम कर रहे? देन व्हाई इट इज डन लाइक दिस इन द मुस्लिम कम्युनिटी? हमारा ये सवाल है। मुस्लिम कम्युनिटी में और बथेरे लोग हैं जिन्होंने अपनी जान लगा दी कम्युनिटी के लिए, बहुत सारे काम किए। सो व्हाई वाज दिस गिवन बाय सुख धालीवाल? क्योंकि असद गुंडाल उनके यार मित्र थे। और दूसरी बात जो हम लोगों ने सवाल उठाए थे कि असद गुंडाल के रेसिडेंट पे दावत पर ये अवार्ड्स क्यों दिए गए? कम्युनिटी में अगर वॉलंटियर्स को रिकॉग्नाइज किया जाता है, MP should have made an arrangement. He should have done it either at his office or he should done it on a public platform जहां पे सारे लोग मौजूद होते। ये छुप छुप के अवार्ड देने वाली बात क्या थी? This was our main question। और MP खुद ब खुद आकर बता रहा है कि मीडिया अंडर प्रेशर मैंने अवार्ड्स दिए। तो क्या ये मुस्लिम कम्युनिटी का कोई जिसने दावत दी थी उसका अंडर प्रेशर था कि आपने अवार्ड देना है? और जो पहला सवाल था कि फरवरी 5 तारीख साल 2023 में ये जो मेडल्स और ये पेन्स और ये अवार्ड्स क्वींस जुबली वाले ये खत्म हो जाना चाहिए था एथिकली। पर अगर कोई MP उसको फिर भी प्रेजेंट कर रहा है, वो तो MP के एथिक्स है ना, कि उसको कितना समझदारी है, कितना वो जानता है। तो अफसोस हमें सुख धालीवाल से कोई और उम्मीद नहीं थी। वी न्यू दैट ही वाज गोना डू सम काइंड ऑफ ब्लंडर लाइक दिस, जो शुरू से करते आ रहे, इनकम टैक्स फ्रॉड से, फिर आज ऑन मीडिया इसने कबूल किया कि मीडिया अंडर प्रेशर मैंने अवार्ड्स दिए। दैट इज अ क्राइम मिस्टर धालीवाल। हाउ कुड यू डू दैट? डज योर पार्टी अलाउ यू टू डू अ क्राइम एंड अगेन गेट द सीट कैंडिडेसी फॉर द राइडिंग? ये सारी बातें हमारे अनएथिकल MP जो है न्यूटन का, सुख धालीवाल से ही हम एक्सपेक्ट कर सकते थे। एंड दैट्स व्हाट वी हैव डन। वी हैव सीन दिस। ये बिल्कुल एक बहुत बड़ा क्राइम है। इट शुड नॉट हैव बीन डन लाइक दिस। कोई MP को कैसे अंडर प्रेशर कर सकता? और अंडर प्रेशर किया तो MP ने उसे माना क्यों? उस बारे में बात क्यों नहीं की कि सम मीडिया इज गिविंग मी प्रेशर टू गिव अवार्ड्स?
दीदी मुझे 150 वाली जो अवार्ड्स है वो मिली थी, मुझे एमपी जॉन एल्डर कैन हार्डी और अनएथिकल एमपी सुख तालीवाल और एक रणदीप सराय. They had given me an award and it was given in the Cloverdale Fairgrounds. और मुझे प्रेजेंट किया था ये वो अवार्ड जॉन एल्डर ने. उसके बाद मुझे एक और अवार्ड दिया गया था जो रणदीप सराय ने मुझे दी थी, और उस वक्त आई वॉज एडमिटेड इन द हॉस्पिटल. मेरे बच्चे गए थे वो अवार्ड लेने के लिए एंड दैट वॉज एट सिटी हॉल. इसके अलावा आई हैव नेवर रिसीव्ड एनी अदर अवार्ड्स विच आई शुड बी आंसरेबल टू. लेकिन सुख तालीवाल ने कौन से मीडिया के अंडर प्रेशर आकर, किसके अंडर प्रेशर आकर ये अवार्ड दी और क्यों दी? व्हाट वाज द रीजन बिहाइंड इट? ये अवार्ड देने के लिए क्या मुफाद मिला उस मीडिया से सुख तालीवाल को, जो इन्होंने अंडर प्रेशर होकर आकर ये क्राइम किया? इट्स अ बिग क्राइम. ਨਾਲੇ ਅਸ਼ਾਨਾ ਜਿਹੜਾ ਕਿਹਾ ਨਾ ਵੀ ਇੱਕ ਮੀਡੀਆ ਨੇ, ਮੀਡੀਆ ਦਾ ਨਾਮ ਲਓ, ਕਿਹੜੇ ਬੰਦੇ ਨੇ, ਕਿਹੜੇ ਮੀਡੀਆ ਨੇ, ਕਦੋਂ, ਕਾਹਦੇ ਲਈ ਤੇ ਤੁਸੀਂ ਕਿਉਂ ਪ੍ਰੈਸ਼ਰ ਹੇਠਾਂ ਆਏ? ਇੱਕ ਗੱਲ ਹੋਰ ਸੁਖ ਤਾਲੀਵਾਲ ਉਹਨਾਂ ਨੇ ਇਸ ਦੇ ਵਿੱਚ ਕਹੀ ਹੈ, ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਸੀ ਮੁਸਲਿਮ ਕਮਿਊਨਿਟੀ ਦਾ, ਪਰ ਅਸਦ ਗੋਂਦਲ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਦਿੱਤੀ ਵੀ ਉਹ ਤੁਸੀਂ ਦੱਸੋ, ਵੀ ਉਹਨਾਂ ਨੇ ਫਿਰ ਮੈਨੂੰ ਸਾਰੇ ਨਾਂ ਦਿੱਤੇ. ਮੈਂ ਹੈਰਾਨ ਆ, 20 ਸਾਲ ਐਮਪੀ ਰਿਹਾ ਹੋਵੇ, ਮਸਜਿਦ ਦੇ ਵਿੱਚ ਰੋਜ਼ ਆਉਣਾ ਜਾਣਾ ਹੋਵੇ, ਹਰ ਇੱਕ ਦੇ फंक्शन ते समागम ते जाना होवे ते ए ना पता होवे, वहाँ पे कबाब और बिरयानी खाना और पिन्नी खाने के लिए जाते हैं. वहाँ पर लोगों के वॉलंटियर काम देखने के लिए थोड़ी जाया जाता है. और फिर ना पता होवे कि साडे मुस्लिम भाईचारे दे विच केड़ा-केड़ा व्यक्ति आ, की करदा. नंबर 1. नंबर 2, एक पॉलिटिशियन तो मैं पूछया यह गल, ये नहीं कि उही उठे ਤੇ ਸਟੂਡੀਓ ਦੇ ਵਿੱਚ ਬੈਠ ਕੇ ਜੋ ਸਾਡੇ ਦਿਮਾਗ 'ਚ ਆਇਆ ਤੇ ਅਸੀਂ ਬੋਲ ਦਿੱਤਾ. ਇਹ ਪ੍ਰੋਗਰਾਮ ਉਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਂ ਪੁੱਛਿਆ ਕਿ ਕੀ ਇਹ ਅਵਾਰਡ ਨੇ ਜਿਹੜੇ ਉਹ ਦਿੱਤੇ ਜਾ ਸਕਦੇ ਆ, ਦੇਣੇ ਚਾਹੀਦੇ ਆ? ਉਹਨਾਂ ਨੇ ਕਿਹਾ ਕਿ ਜੀ ਰੋਕ ਕੋਈ ਨਹੀਂ ਸਕਦਾ, ਦੇ ਦਿੱਤੇ ਜਾ ਸਕਦੇ ਆ, ਪਰ ਐਥੀਕਲ ਹੈ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਇਹ ਦੇਣ ਤੋਂ ਬਾਅਦ ਕਿਹਾ ਗਿਆ ਸੀ ਕਿ ਇਹ ਜਿਹੜਾ ਅਵਾਰਡਸ ਨੇ ਇਹ ਆਪਣੀ ਕਮਿਊਨਿਟੀ 'ਚ ਦਿੱਤੇ ਜਾਣ. ਫਿਰ ਉਸ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਰਾਣੀ ਗੁਜ਼ਰ ਗਈ ਹੈ, ਪਰ ਉਹਦੇ ਬਾਵਜੂਦ 5 ਫਰਵਰੀ 2023 ਤੱਕ ਇਹ ਸਾਰੇ ਦੇ ਸਾਰੇ ਜਿਹੜੇ ਅਵਾਰਡਸ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ. 5 ਫਰਵਰੀ 2023 ਤੋਂ ਪਹਿਲਾਂ. ਉਸ ਤੋਂ ਬਾਅਦ ਅਰਸ਼ੁਕ ਧਾਲੀਵਾਲ ਉਹਨਾਂ ਦੀ ਸਟੇਟਮੈਂਟ ਮੈਂ ਫਿਰ ਤੁਹਾਡੇ ਨਾਲ ਲੈ ਕੇ ਆਉਣੀ ਚਾਹੁੰਦੀ ਹਾਂ, ਜੇ ਨਾ ਹੋਵੇ ਤਾਂ ਤੁਸੀਂ ਦੁਬਾਰਾ ਸੁਣ ਸਕਦੇ ਹੋ ਉਸ ਨੂੰ. ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਮੈਂ ਦੇਖਦਾ ਸੀ ਕਿ ਕਿੰਨਾ ਨੂੰ ਦੇਣੇ ਆ. ਰਾਣੀ ਦਾ 70ਵਾਂ ਨਿਕਲਿਆ, ਰਾਣੀ ਮਰ ਵੀ ਗਈ, ਹੁਣ ਰਾਣੀ ਦਾ ਸਾਲ ਹੋ ਗਿਆ ਮਰੀ ਨੂੰ ਵੀ, ਹਜੇ ਤੱਕ ਜੀ ਅਸੀਂ ਦੇਖਦੇ ਹਾਂ. ਇੱਥੋਂ ਇਹ ਗੱਲ ਉਹ ਕਲੀਅਰ ਹੁੰਦੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਕੀਤੀ ਸੀ ਕਿ ਰਾਜਨੀਤਿਕ ਅਖਾੜੇ ਨਾਲ ਸੰਬੰਧਿਤ ਲੋਕੀ ਸਮਾਂ ਦੇਖ ਕੇ ਕਿ ਹਾਂਜੀ ਹੁਣ ਜਿਹੜੀ ਆਪਣੀ ਪਾਕਿਸਤਾਨੀ ਭਾਈਚਾਰਾ ਉਹਨਾਂ ਤੋਂ ਵੋਟਾਂ ਲੈਣੀਆਂ ਨੇ, ਚਲੋ ਹੁਣ ਅਵਾਰਡ ਦੇਣੇ ਸ਼ੁਰੂ ਕਰੋ. ਮੂੰਹ ਖਾਵੇ ਅੱਖ ਸ਼ਰਮਾਵੇ. ਉਸ ਮਨਸ਼ਾ ਦੀ ਧਾਰਨਾ ਦੇ ਹੇਠਾਂ ਕੀ ਸਾਡੀ ਪਾਕਿਸਤਾਨੀ ਭਾਈਚਾਰੇ ਦੇ ਵਿੱਚ ਫੱਜ ਦਾ ਪਾਕਿਸਤਾਨੀ ਭਾਈਚਾਰੇ ਨੂੰ ਅਣਗੌਲਿਆ ਕੀਤਾ ਗਿਆ? ਆਈ ਐਗਰੀ ਵਿਦ ਯੂ. ਮੈਨੂੰ ਬਹੁਤ ਵਾਰੀ ਇਸ ਗੱਲ 'ਤੇ ਮੀਡੀਆ ਕਰਮੀਆਂ ਨੇ ਵੀ ਤੇ ਕਮਿਊਨਿਟੀ ਲੀਡਰਸ ਨੇ ਵੀ ਕਿਹਾ ਕਿ ਸਾਨੂੰ ਸਾਡਾ ਬਣਦਾ ਹੱਕ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ. ਅਸੀਂ ਸਾਡੇ ਹਿੰਦੁਸਤਾਨੀ ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਬੜੀ ਸਪੋਰਟ ਕੀਤੀ ਹੈ, ਪਰ ਜਦੋਂ ਕਿਤੇ ਅਸੀਂ ਆਪਣੇ ਕੈਂਡੀਡੇਟਸ ਦੀ ਸਪੋਰਟਸ ਲਈ ਅੱਗੇ ਆਈਏ ਤਾਂ ਇਹ ਸਾਨੂੰ ਸਪੋਰਟ ਨਹੀਂ ਕਰਦੇ. ਇਟਸ ਏ ਫੈਕਟ. ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਅਗਰ ਉਹਨਾਂ ਨੂੰ ਅਵਾਰਡ ਦੇਣੇ ਸਨ ਤਾਂ ਇਹ 5 फरवरी तो पहला नहीं क्यों नहीं किए गए? क्योंकि उदों सुख धालीवाल दा अपनी कोई राजनीतिक मनशा पूरी नहीं सी हुंदे. एमपी सुख धालीवाल से और भी सवाल है. अंडर प्रेशर में आकर आपने मीडिया अवार्ड्स दे दिया, ये एक क्राइम है जो आपने खुद एडमिट कर लिया. कनाडा का एमपी होवे, लिबरल पार्टी का एमपी होवे, और उन्होंने कहा कि मीडिया ने प्रेशर देकर जी मुझसे अवार्ड ले लिया. व्हाट अ क्राइम यू हैव कमिटेड मिस्टर धालीवाल. दूसरा सवाल, हाउ मेनी इमिग्रेशन लेटर्स हैव यू गिवन आउट अंडर प्रेशर? जब आप अवार्ड्स दे सकते हो अंडर प्रेशर, तो कितने इमिग्रेशन चिट्ठियां आपने लिखी है अंडर प्रेशर, ये भी बताइए लोगों को. क्या रैंच चीमा जो गैंगस्टर था उसके लिए आपने चिट्ठी लिखी थी, वो भी अंडर प्रेशर था? What was all that about?
जरूर हम लोग ये जानना चाहते हैं, क्योंकि अंडर प्रेशर करके सुख तालीवाल से तो कोई भी काम कराया जा सकता है. ही कैन डू एनीथिंग. फिर इन्होंने उस स्टेटमेंट में एक बात और कही कि मेरे पर्सनल है, इन्होंने मुझसे काउंसिल की सीट मांगी थी. शेम ऑन यू मिस्टर तालीवाल. क्या आप सोचते हैं कि अगर काउंसिल के सीट के लिए लड़ना हो, इनकम टैक्स फ्रॉड के स्लेट में मैं बैठूंगी? लेट मी मेक इट वेरी क्लियर कि हमारी आवाज पिछले 30 साल से गूंज रही है सरी में. अगर हम मांगते तो हम अपना खुद का स्लेट बनाते, किसी के स्लेट में बैठने की जरूरत नहीं थी. अगर मैं देख लूं मेयर के जो कैंडिडेट्स थे, अगर मैंने किसी के सीट में बैठना होना था तो माय फर्स्ट चॉइस वुड हैव बीन डग मैकलम या जिनी सिंस. व्हाई वुड यू थिंक कि तुम्हारे सीट स्लेट में हमने बैठना था? क्यों नहीं असली बात आपने बताया कि लोगों का प्रेशर था कि यू शुड नॉट बी एक्चुअली रनिंग फॉर अ मेयर बिकॉज यू आर अ सिटिंग एमपी. आप रिजाइन कर लो, अगले इलेक्शन मेयर के लिए लड़ लेना. ये एथिकल नहीं है कि आपके पास एक सीट है एमपी का और आप मेयर डग मैकलम के हराने के लिए मेयर के सीट मेयर के कैंडिडेसी ले रहे हो. तो इस तरह की बातें कर व्हाट आर यू ट्राइंग टू प्रूव मिस्टर तालीवाल? I don't think any good person in a very right mind would wanna run under your slate. इनकम टैक्स फ्रॉड, गैंगस्टर को लेटर लिखना, चिट्ठी लिखना, अब तो एक और इजाफा अंडर प्रेशर आकर ये अवार्ड्स भी दे रहे हैं. अंडर प्रेशर आकर पता नहीं कितनी इमिग्रेशन चिट्ठियां लिखी होगी और क्या क्या आपने किया अंडर प्रेशर आकर, वो भी बता दो. क्योंकि एमपी अंडर प्रेशर आ जाता है और इस तरह के काम करने लगता है. इट्स शॉकिंग टू अस. इट्स रियली शॉकिंग कि अंडर प्रेशर आकर ये अवार्ड दे देता है. क्या जरूरत थी तुम्हें अंडर प्रेशर आने की? और अगर कोई अंडर प्रेशर कर रहा था, व्हाई डिडंट यू रिपोर्ट दैट टू द अथॉरिटीज? फिर हम मानते हैं कि ये असल में एमपी है और इसको एमपी के लिए खड़े होने का एक्चुअली है कुछ वेट है, बट यू आर नॉट. एक प्रेशर की वजह से आप अवार्ड देने लगे हो. कौन से प्रेशर आपका था कि आसद गुंडाल के घर पे जाकर लोगों को आपने अवार्ड दे दी? व्हाट वाज दैट प्रेशर? क्या वजह था? और रही बात जहां पर यह बोला जा रहा है कि ये लोग सुख तालीवाल के पीछे क्यों पड़े हुए हैं, तो लेट मी टेल द कम्युनिटी, मीडिया का काम है अनएथिकल एमपी जैसे सुख तालीवाल का पर्दाफाश करना और लोगों के सामने लेकर आना सच्चाई. और वी आर डूइंग आवर जॉब. ये नहीं है कि हमारी कोई पर्सनल दुश्मनी है इनके साथ. मैं तो कभी पर्सनल कोई रिलेशनशिप भी नहीं रखना चाहूंगी इस तरह के अनएथिकल एमपी के साथ. देयर इज नो वे. और जहां मामा भांजा वाली स्टोरी है वो मैं जरूर आपको क्लियर करना चाहूंगी कि भोग और शादी ब्याह के अलावा इस एमपी ने तो कभी कुछ किया ही नहीं. किसी के घर पे शादी हो खुद फोन करके दावत ले लेता है, किसी के घर भोग हो वह खुद पहुंच जाता है. तो फिर आई डोंट अंडरस्टैंड. अब मामा भांजा के शादी के लिए जी पाकिस्तान चले जाते हैं, इतना पैसे खर्च कर रहे हैं. खैर इस तरह के एमपीज पैसे बड़े बनाते हैं अंडर प्रेशर आकर जो काम करते. दैट्स व्हाट इट इज. We'll take a quick commercial break. We'll be right back. सुनते रहिए www.mwlive.ca. और बहुत ही जल्द प्रोग्राम में जो सोनी धरती पाकिस्तान पे प्रोग्राम आया है उसके बारे में बातचीत होगी. बिरयानी, गोट कढ़ाई, निहारी चिकन कढ़ाई, बारबेक्यू बीफ कबाब कढ़ाई. ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ. ਚਾਹੇ वो बिरयानी हो या फिर गोट कढ़ाई, कल दे डिनर भूल नहीं सकती. अभी भी हाथों से खुशबू नहीं जा रही. ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ. पहुंचो 8223 120th स्ट्रीट डल्ट वाले पासे. टेलीफोन नंबर 2364661119. एक बारी हाउस ऑफ चिकन दी बिरयानी खाओगे, पाकिस्तान दी बिरयानी भूल जाओगे. हाउस ऑफ चिकन कर
ਦਾ ਪਲਾਨ ਤੇ ਬਣ ਗਿਆ। ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤੋਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 604-503-7007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007, ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨਸ ਦੇ ਵਿੱਚ, ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 604-599-0211, 128 ਸਟਰੀਟ ਐਂਡ 96 ਐਵਨਿਊ 604-581-1900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਗੱਲਬਾਤ ਹੈ ਜਿਹੜੀ ਨਾ, ਇਹ ਸਾਡੇ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਵਿੱਚ